हाँ जी सत श्री अकाल जी साਰਿਆਂ ਨੂੰ। ਸੋ ਪੰਜਾਬ ਮੀਡੀਆ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ ਅੱਜ ਗੱਲ ਕਰਾਂਗੇ ਕੀ ਸਾਨੂੰ ਯੂਐਸ ਸਟਾਕ ਮਾਰਕੀਟ ਵਿੱਚ ਇਨਵੈਸਟਮੈਂਟ ਕਰਨੀ ਚਾਹੀਦੀ ਹੈ, ਜੇ ਕਰਨੀ ਚਾਹੀਦੀ ਹੈ ਤਾਂ ਕਿਵੇਂ ਕਰਨੀ ਚਾਹੀਦੀ ਹੈ ਤੇ ਕਿਉਂ ਕਰਨੀ ਚਾਹੀਦੀ ਹੈ। ਸੋ ਇਸ ਬਾਰੇ ਬਹੁਤ ਸਾਰੇ ਸਵਾਲ ਸੀ। ਜੇਕਰ ਤੁਹਾਨੂੰ ਇਸ ਬਾਰੇ ਇੰਟਰਸਟ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਹੈ। ਸੋ ਇਸ ਦੇ ਰਿਲੇਟਡ ਬਹੁਤ ਸਾਰੇ ਮੈਸੇਜ ਸੀ। ਸੋ ਜੇਕਰ ਤੁਸੀਂ ਇਹ ਸਭ ਕੁਝ ਜਾਣਨਾ ਚਾਹੁੰਦੇ ਹੋ ਕਿ ਕਿਵੇਂ ਅਸੀਂ ਗੂਗਲ, ਐਮਾਜ਼ਨ, ਟੈਸਲਾ ਵਰਗੀਆਂ ਕੰਪਨੀਆਂ ਵਿੱਚ ਇਨਵੈਸਟ ਕਰ ਸਕਦੇ ਹਾਂ ਤਾਂ ਇਹ ਵੀਡੀਓ ਤੁਹਾਡੇ ਲਈ ਹੈ। ਸੋ ਗੱਲ ਕਰਦੇ ਹਾਂ, ਅਮਰੀਕਾ ਹਮੇਸ਼ਾ ਤੋਂ ਦੁਨੀਆ ਵਿੱਚ ਸੁਪਰ ਪਾਵਰ ਰਿਹਾ ਹੈ ਤੇ ਉੱਥੋਂ ਦੀ ਸਟਾਕ ਐਕਸਚੇਂਜ, ਸ਼ੇਅਰ ਮਾਰਕੀਟ ਦੁਨੀਆ ਦੇ ਸ਼ੇਅਰ ਪ੍ਰਾਈਸ ਤੇ ਅਸਰ ਪਾਉਂਦੇ ਨੇ। ਦਸੰਬਰ 2007 ਤੋਂ ਜੂਨ 2009 ਤੱਕ ਚੱਲਿਆ ਗ੍ਰੇਟ ਰੈਸੈਸ਼ਨ, ਜਿਸ ਨੇ ਪੂਰੀ ਦੁਨੀਆ ਤੇ ਗੰਭੀਰ ਅਸਰ ਪਾਇਆ ਸੀ। ਉਹ ਵੀ ਅਮਰੀਕਾ ਦੀ ਸ਼ੇਅਰ ਇਕਨੋਮੀ ਕਲੈਪਸ ਹੋਣ ਕਾਰਨ ਹੀ ਹੋਇਆ ਸੀ ਤੇ ਇਸ ਦਾ ਅਸਰ ਇੰਡੀਆ ਵਿੱਚ ਵੀ ਬਹੁਤ ਚੰਗਾ ਦੇਖਣ ਨੂੰ ਮਿਲਿਆ ਸੀ। ਪਰ ਇਹ ਅਮਰੀਕਾ ਦੀ ਸ਼ੇਅਰ ਇਕਨੋਮੀ ਕਲੈਪਸ ਹੋਣ ਕਾਰਨ ਹੀ ਹੋਇਆ ਸੀ। ਪਰ ਜੇਕਰ ਯੂਐਸ ਮਾਰਕੀਟ ਵਿੱਚ ਬੂਮ ਆਉਂਦਾ ਤਾਂ ਪੂਰੇ ਵਰਲਡ ਦੀ ਮਾਰਕੀਟ ਬੂਮ ਹੁੰਦੀ ਹੈ, ਕਿਉਂਕਿ ਯੂਐਸ ਮਾਰਕੀਟ ਦੀਆਂ ਜੋ ਕੰਪਨੀਆਂ ਨੇ ਉਹਨਾਂ ਦਾ ਗਲੋਬਲ ਬਿਜ਼ਨਸ ਹੈ ਪੂਰੇ ਵਰਲਡ ਦੇ ਵਿੱਚ। ਤੇ ਇਸ ਕਰਕੇ ਹੀ ਤੁਹਾਨੂੰ ਦੱਸ ਦਈਏ ਕਿ ਪੂਰੀ ਗਲੋਬਲ ਮਾਰਕੀਟ ਦੇ ਵਿੱਚ ਯੂਐਸ ਦੀ 55% ਕੰਟਰੀਬਿਊਸ਼ਨ ਹੈ ਤੇ ਜਾਪਾਨ ਦੀ 7.7 ਹੈ, ਯੂਕੇ ਦੀ 5.1 ਹੈ, ਚਾਈਨਾ ਦੀ 4 ਹੈ, ਫਰਾਂਸ ਦੀ 3.2 ਹੈ ਤੇ ਇੰਡੀਆ ਦੀ 3% ਹੈ ਪੂਰੀ ਗਲੋਬਲ ਮਾਰਕੀਟ ਦੇ ਵਿੱਚ ਕੰਟਰੀਬਿਊਸ਼ਨ। ਸੋ ਇਸ ਕਰਕੇ ਹੀ ਯੂਐਸ ਦੀ ਸਟਾਕ ਮਾਰਕੀਟ ਦੁਨੀਆ ਦੇ ਸ਼ੇਅਰ ਪ੍ਰਾਈਸ ਉੱਤੇ ਥੱਲੇ ਕਰ ਸਕਦੀ ਹੈ ਤੇ ਵਰਕਸ਼ਾਇਰ ਹੈਥਵੇ ਦੁਨੀਆ ਦਾ ਸਭ ਤੋਂ ਮਹਿੰਗਾ ਸ਼ੇਅਰ ਵੀ ਅਮਰੀਕਾ ਦੀ ਸਟਾਕ ਮਾਰਕੀਟ ਨੂੰ ਹੀ ਬਿਲੋਂਗ ਕਰਦਾ ਹੈ, ਜਿਸ ਦੀ ਕੀਮਤ $4 ਲੱਖ ਤੋਂ ਵੀ ਜ਼ਿਆਦਾ ਹੈ। ਅੱਜ ਦੇ ਸਮੇਂ ਨਿਊਯਾਰਕ ਸਟਾਕ ਐਕਸਚੇਂਜ ਜਿੱਥੇ ਚੱਲ ਰਹੀ ਹੈ, ਉਸ ਵਾਲ ਸਟਰੀਟ ਤੇ ਇਹ 1993 ਵਿੱਚ ਬਣਾਈ ਗਈ ਸੀ। ਸੋ ਯੂਐਸ ਸਟਾਕ ਮਾਰਕੀਟ ਵਿੱਚ ਇਨਵੈਸਟਮੈਂਟ ਕਰਨ ਦੀ ਸਭ ਤੋਂ ਪਹਿਲਾਂ ਸਭ ਤੋਂ ਵਧੀਆ ਖੂਬੀ ਇਹ ਹੈ ਕਿ ਤੁਸੀਂ ਇਸ ਦੇ ਵਿੱਚ ਸ਼ੇਅਰ ਦਾ ਛੋਟਾ ਜਿਹਾ ਵੀ ਹਿੱਸਾ ਖਰੀਦ ਸਕਦੇ ਹੋ, ਮਤਲਬ ਕਿ ਫ੍ਰੈਕਸ਼ਨਲ ਸ਼ੇਅਰਸ ਵੀ ਖਰੀਦ ਸਕਦੇ ਹੋ, ਜੋ ਕਿ ਇੰਡੀਆ ਵਿੱਚ ਨਹੀਂ ਕੀਤਾ ਜਾ ਸਕਦਾ। ਇੰਡੀਆ ਵਿੱਚ ਇੱਕ ਪੂਰਾ ਸ਼ੇਅਰ ਹੀ ਖਰੀਦਣਾ ਪੈਂਦਾ ਹੈ, ਜਦ ਕਿ ਯੂਐਸ ਦੇ ਵਿੱਚ ਮਤਲਬ ਜੇ $100 ਦਾ ਇੱਕ ਸ਼ੇਅਰ ਹੈ ਤਾਂ ਤੁਸੀਂ $10 ਦਾ ਵੀ ਸ਼ੇਅਰ ਲੈ ਸਕਦੇ ਹੋ ਤੇ ਉਹਦੇ ਹਿਸਾਬ ਨਾਲ ਬਣਦਾ ਤੁਹਾਨੂੰ 0.1 ਜਾਂ 10 ਉਹ ਹਿੱਸਾ ਮਿਲ ਜਾਵੇਗਾ। ਸੋ ਇਹ ਵੀਡੀਓ ਵਿੱਚ ਅਸੀਂ ਤੁਹਾਨੂੰ ਉਹੀ ਐਪ ਰਾਹੀਂ ਸਮਝਾਵਾਂਗੇ ਜੋ ਅਸੀਂ ਆਪ ਖੁਦ ਯੂਜ਼ ਕਰ ਰਹੇ ਹਾਂ, ਆਈ&ਡੀ ਮਨੀ। ਸੋ ਆਈ&ਡੀ ਮਨੀ ਦੇ ਬਹੁਤ ਸਾਰੇ ਯੂਜ਼ ਕੇਸ ਨੇ, ਪਰ ਆਪਾਂ ਅੱਜ ਗੱਲ ਕਰਨੀ ਹੈ ਸਿਰਫ ਕਿ ਤੁਸੀਂ ਯੂਐਸ ਸਟਾਕ ਵਿੱਚ ਇਨਵੈਸਟ ਕਿਵੇਂ ਕਰ ਸਕਦੇ ਹੋ। ਸੋ ਸਭ ਤੋਂ ਪਹਿਲਾਂ ਤਾਂ ਬਹੁਤ ਸਾਰੇ ਲੋਕਾਂ ਦੇ ਦਿਮਾਗ ਵਿੱਚ ਇਹ ਸਵਾਲ ਆ ਰਿਹਾ ਹੋਵੇਗਾ ਕਿ ਸਾਡੇ ਦੇਸ਼ ਵਿੱਚ ਬਹੁਤ ਵੱਡੀਆਂ ਕੰਪਨੀਆਂ ਨੇ, ਸਾਡੇ ਦੇਸ਼ ਦੀ ਸਟਾਕ ਮਾਰਕੀਟ ਬਹੁਤ ਵਧੀਆ ਹੈ, ਅਸੀਂ ਆਪਣੇ ਦੇਸ਼ ਦੀ ਸਟਾਕ ਮਾਰਕੀਟ ਵਿੱਚ ਇਨਵੈਸਟਮੈਂਟ ਕਰਨੀ ਛੱਡ ਕੇ ਬਾਹਰ ਯੂਐਸ ਮਾਰਕੀਟ ਵਿੱਚ ਕਿਉਂ ਇਨਵੈਸਟਮੈਂਟ ਕਰੀਏ। ਸੋ ਇਸ ਦਾ ਸਿੱਧਾ ਸਵਾਲ ਇਹ ਹੈ ਕਿ ਹਰ ਇੱਕ ਦੇਸ਼ ਦੀ ਆਪਣੀ ਸਟਰੈਂਥ ਹੁੰਦੀ ਹੈ। ਜਿਵੇਂ ਚਾਈਨਾ ਦੀ ਕੀ ਸਟਰੈਂਥ ਹੈ, ਉਸ ਦੀ ਸਟਰੈਂਥ ਹੈ ਮੈਨੂਫੈਕਚਰਿੰਗ। ਉਸ ਕੋਲ ਬਹੁਤ ਕਮਾਲ ਦੀਆਂ ਕੰਪਨੀਆਂ ਨੇ ਮੈਨੂਫੈਕਚਰਿੰਗ ਕਰਨ ਲਈ। ਸੋ ਇੰਡੀਆ ਦੀ ਸਟਰੈਂਥ ਕਿਆ ਹੈ? ਸੋ ਇੱਥੇ ਮਿਨਰਲਸ ਨੇ, ਮੈਟਲਸ ਨੇ, ਆਈਟੀ ਆਊਟਸੋਰਸਿੰਗ ਹੈ ਤੇ ਐਗਰੀਕਲਚਰ ਹੈ। ਤੇ ਯੂਐਸ ਦੀ ਸਟਰੈਂਥ ਕੀ ਹੈ? ਟੈਕਨੋਲੋਜੀ ਤੇ ਕੰਜ਼ੂਮਰ ਬ੍ਰਾਂਡਸ। ਸੋ ਜੇਕਰ ਅਸੀਂ ਆਪਣੇ ਪੋਰਟਫੋਲੀਓ ਵਾਸਤੇ ਟੈਕਨੋਲੋਜੀ ਕੰਪਨੀ ਲੱਭਣ ਜਾਈਏ ਬੈਸਟ, ਤਾਂ ਸ਼ਾਇਦ ਸਾਨੂੰ ਆਪਣੇ ਦੇਸ਼ ਵਿੱਚ ਨਾ ਮਿਲੇ, ਤਾਂ ਇਸ ਦੇ ਸਾਨੂੰ ਯੂਐਸ ਵਿੱਚ ਜ਼ਿਆਦਾ ਆਪਸ਼ਨ ਮਿਲਣਗੇ, ਜਿਵੇਂ ਫੇਸਬੁੱਕ ਹੋ ਗਿਆ, ਗੂਗਲ ਹੋ ਗਿਆ, ਐਮਾਜ਼ਨ ਹੋ ਗਿਆ, ਨੈਟਫਲਿਕਸ ਹੋ ਗਿਆ, ਸਨੈਪਚੈਟ ਹੋ ਗਿਆ ਤੇ ਇਸ ਤੋਂ ਇਲਾਵਾ ਹੋਰ ਬਹੁਤ ਨੇ। ਸੋ ਇਹ ਸਾਰੀਆਂ ਕੰਪਨੀ ਦੀ ਜੋ ਅਸੀਂ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ, ਇਹ ਸਾਰੀਆਂ ਹੀ ਗਲੋਬਲ ਨੇ। ਇਹਨਾਂ ਦਾ ਕੰਮ ਪੂਰੇ ਵਰਲਡ ਦੇ ਵਿੱਚ ਹੈ, ਪੂਰੇ ਵਰਲਡ ਵਿੱਚ ਇਹਨਾਂ ਦੇ ਕੰਜ਼ਿਊਮਰ ਨੇ। ਤੁਸੀਂ ਸਵੇਰ ਦੇ ਨੇ ਗੂਗਲ ਵੀ ਯੂਜ਼ ਕੀਤੀ ਹੋਵੇਗੀ, YouTube ਵੀ ਯੂਜ਼ ਕੀਤੀ ਹੋਵੇਗੀ ਜੋ ਗੂਗਲ ਦਾ ਪ੍ਰੋਡਕਟ ਹੈ, ਫੇਸਬੁੱਕ, ਐਮਾਜ਼ਨ, ਸਨੈਪਚੈਟ ਜਾਂ ਨੈਟਫਲਿਕਸ, ਇਹਨਾਂ ਵਿੱਚੋਂ ਕੋਈ ਨਾ ਕੋਈ ਤਾਂ ਯੂਜ਼ ਜ਼ਰੂਰ ਕੀਤੀ ਹੋਵੇਗੀ ਜਾਂ ਫਿਰ ਕਰਦੇ ਹੋਵੋਗੇ। ਸੋ ਇਸ ਤੋਂ ਇਲਾਵਾ ਜੇਕਰ ਤੁਸੀਂ ਅਮਰੀਕਾ ਦੀਆਂ ਫੂਡ ਜਾਂ FMCG ਕੰਪਨੀਆਂ ਨੂੰ ਵੀ ਦੇਖਦੇ ਹੋ ਤਾਂ ਉਹਨਾਂ ਦਾ ਵੀ ਕਾਰੋਬਾਰ ਗਲੋਬਲ ਹੈ, ਜਿਵੇਂ ਕਿ ਮੈਕਡੋਨਲਡਸ, ਪੈਪਸੀ, ਕੋਕਾ ਕੋਲਾ, ਯੈਲਟ ਤੇ ਹੋਰ ਬਹੁਤ ਸਾਰੀਆਂ। ਮਤਲਬ ਦੇਸ਼ ਦੇ ਕਿਸੇ ਵੀ ਕੋਨੇ ਵਿੱਚੋਂ ਜੇਕਰ ਗਰੋਥ ਆ ਰਹੀ ਹੈ, ਬੇਸ਼ੱਕ ਉਹ ਅਫਰੀਕਾ ਤੋਂ ਆ ਰਹੀ ਹੋਵੇ, ਇੰਡੀਆ ਤੋਂ ਆ ਰਹੀ ਹੋਵੇ, ਫਰਾਂਸ ਤੋਂ ਆ ਰਹੀ ਹੋਵੇ, ਤਾਂ ਫਾਇਦਾ ਕੁੱਲ ਮਿਲਾ ਕੇ ਇਹਨਾਂ ਦਾ ਹੀ ਹੋਣਾ ਹੈ ਤੇ ਨਾਲ ਦੀ ਨਾਲ ਜਿਨ੍ਹਾਂ ਨੇ ਇਸ ਵਿੱਚ ਇਨਵੈਸਟਮੈਂਟ ਕਰਕੇ ਰੱਖੀ ਹੋਵੇਗੀ ਉਹਨਾਂ ਦਾ ਵੀ ਫਾਇਦਾ ਹੋਵੇਗਾ। ਸੋ ਕੁੱਲ ਮਿਲਾ ਕੇ ਜੇਕਰ ਅਸੀਂ ਕੋਈ ਅਜਿਹਾ ਬਿਜ਼ਨਸ ਨਹੀਂ ਕਰ ਸਕਦੇ ਜੋ ਪੂਰੇ ਵਰਲਡ ਵਿੱਚ ਚੱਲ ਰਿਹਾ, ਤਾਂ ਅਸੀਂ ਜੋ ਆਲਰੇਡੀ ਚੱਲ ਰਹੇ ਨੇ ਉਹਨਾਂ ਵਿੱਚ ਇਨਵੈਸਟਮੈਂਟ ਕਰ ਸਕਦੇ ਹਾਂ। ਸੋ ਇੱਥੇ ਅਸੀਂ ਇਹ ਬਿਲਕੁਲ ਵੀ ਨਹੀਂ ਕਹਿ ਰਹੇ ਕਿ ਇਹ ਰਿਸਕੀ ਨਹੀਂ ਹੈ। ਮਾਰਕੀਟ ਵਿੱਚ ਉਤਰਾਅ ਚੜਾਅ ਆਉਂਦੇ ਰਹਿੰਦੇ ਨੇ, ਕੁਝ ਸਮਾਂ ਥੱਲੇ ਰਹਿੰਦੀ ਹੈ ਤੇ ਕੁਝ ਸਮਾਂ ਉੱਤੇ ਰਹਿੰਦੀ ਹੈ ਤੇ ਇਹ ਵੀ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਪੈਸਾ ਪਾਉਣਾ ਹੈ ਉਹ ਪਲੱਸ ਵਿੱਚ ਹੀ ਜਾਵੇਗਾ। ਹੋ ਸਕਦਾ ਮਾਰਕੀਟ ਹੋਰ ਥੱਲੇ ਆ ਜਾਵੇ। ਤੇ ਜੇ ਕੋਈ ਇਹ ਸੋਚ ਰਿਹਾ ਕਿ ਬਸ ਇਸ ਵਿੱਚ ਪੈਸੇ ਲਾਉਂਦੇ ਸਾਰ ਹੀ ਅਸੀਂ ਅਮੀਰ ਹੋ ਜਾਵਾਂਗੇ, ਤਾਂ ਇਹ ਸਿਰਫ ਸੁਪਨਿਆਂ ਦੀ ਜ਼ਿੰਦਗੀ ਵਿੱਚ ਹੁੰਦਾ ਹੈ। ਮਾਰਕੀਟ ਵਿੱਚ ਇਨਵੈਸਟਮੈਂਟ ਕਰਨ ਲਈ ਤੁਹਾਡੇ ਕੋਲ ਪੈਸੇ ਦੇ ਨਾਲ ਸਬਰ ਹੋਣਾ ਬਹੁਤ ਜ਼ਰੂਰੀ ਹੈ, ਜੇਕਰ ਤੁਸੀਂ ਇਸ ਮਾਰਕੀਟ ਵਿੱਚ ਅਪ ਜਾਣਾ ਚਾਹੁੰਦੇ ਹੋ। ਤੇ ਹੁਣ ਯੂਐਸ ਮਾਰਕੀਟ ਵਿੱਚ ਇਨਵੈਸਟਮੈਂਟ ਕਰਨ ਲਈ ਅਸੀਂ ਇਸ ਕਰਕੇ ਕਹਿ ਰਹੇ ਹਾਂ ਕਿ ਅਸੀਂ ਆਪਣੇ ਪੂਰੀ ਇਨਵੈਸਟਮੈਂਟ ਦਾ ਮਤਲਬ ਪੂਰੇ ਪੈਸੇ ਦਾ
ਕੰਟਰੀ ਰਿਸਕ ਨਹੀਂ ਲੈ ਰਹੇ। ਤੇ ਕੰਟਰੀ ਰਿਸਕ ਕੀ ਹੁੰਦਾ ਹੈ ਇਸ ਬਾਰੇ ਤੁਹਾਨੂੰ ਦੱਸਦੇ ਹਾਂ। ਮਤਲਬ ਸਾਡਾ ਸਾਰਾ ਹੀ ਪੈਸਾ ਜੇ ਕਿਸੇ ਇੱਕ ਕੰਟਰੀ ਦੇ ਵਿੱਚ ਹੈ, ਮੰਨ ਲਓ ਇੰਡੀਆ ਦੇ ਵਿੱਚ ਹੈ, ਕੱਲ ਜਿਵੇਂ ਡੀਮੋਨੇਟਾਈਜ਼ ਹੋਇਆ ਸੀ, ਸੋ ਇਸੇ ਤਰ੍ਹਾਂ ਜੇਕਰ ਕੱਲ ਨੂੰ ਕੋਈ ਹੋਰ ਪ੍ਰੋਬਲਮ ਚੱਲਦੀ ਹੈ ਇੰਡੀਆ ਦੇ ਵਿੱਚ ਤਾਂ ਸਾਡੀ ਸਾਰੀ ਮਾਰਕੀਟ ਕ੍ਰੈਸ਼ ਹੋ ਸਕਦੀ ਹੈ। ਪਰ ਜੋ ਤੁਹਾਡਾ ਪੈਸਾ US ਵਿੱਚ ਪਿਆ ਹੈ ਉਹ ਕ੍ਰੈਸ਼ ਨਹੀਂ ਹੋਵੇਗਾ। ਸੋ ਇਸ ਕਰਕੇ ਥੋੜਾ ਪੈਸਾ ਉੱਥੇ ਵੀ ਹੋਣਾ ਚਾਹੀਦਾ ਹੈ ਤੇ ਥੋੜਾ ਇੱਥੇ ਵੀ ਹੋਣਾ ਚਾਹੀਦਾ ਹੈ। ਸੋ ਮਾਈਕਰੋਸਾਫਟ ਦਾ ਸ਼ੇਅਰ ਤੁਸੀਂ ਦੇਖ ਸਕਦੇ ਹੋ ਪਿਛਲੇ 10 ਸਾਲਾਂ ਵਿੱਚ 10 ਗੁਣਾ ਵਧਿਆ ਹੈ ਤੇ ਐਪਲ ਦਾ 10 ਤੋਂ 15 ਗੁਣਾ ਉੱਪਰ ਗਿਆ ਹੈ ਤੇ Amazon ਦਾ 15 ਤੋਂ 20 ਗੁਣਾ ਉੱਪਰ ਗਿਆ ਹੈ। ਸੋ ਇਹ ਇੰਨੇ ਵੱਡੇ ਰਿਟਰਨ ਕਿਵੇਂ ਆਉਂਦੇ ਨੇ? ਕਿਉਂਕਿ ਇਹ ਕੰਪਨੀਆਂ ਰਿਸਰਚ ਐਂਡ ਡਿਵੈਲਪਮੈਂਟ ਤੇ ਬਹੁਤ ਜ਼ਿਆਦਾ ਪੈਸਾ ਖਰਚਦੀਆਂ ਨੇ। ਸੋ ਹੁਣ ਤੁਸੀਂ ਆਪ ਹੀ ਖੁਦ ਦੱਸ ਸਕਦੇ ਹੋ ਕਿ ਆਪਣੇ ਇੰਡੀਆ 'ਚ ਕੋਈ ਅਜਿਹਾ ਬ੍ਰਾਂਡ ਹੈ ਜਿਹਨੂੰ ਪੂਰੀ ਦੁਨੀਆ ਯੂਜ਼ ਕਰ ਰਹੀ ਹੋਵੇ। ਮਤਲਬ ਕਹਿਣ ਦਾ ਕਿ ਅਸੀਂ ਆਪਣੀ ਡੇਲੀ ਲਾਈਫ ਦੇ ਵਿੱਚ ਕਿਹੜੀਆਂ ਕੰਪਨੀਆਂ ਦਾ ਯੂਜ਼ ਕਰਦੇ ਹਾਂ, ਪੂਰਾ ਵਰਲਡ ਕਿਹੜੀਆਂ ਚੀਜ਼ਾਂ ਤੇ ਨਿਰਭਰ ਹੈ ਡੇਲੀ ਲਾਈਫ ਦੇ ਵਿੱਚ। ਸੋ ਕੁੱਲ ਮਿਲਾ ਕੇ US ਦੀਆਂ ਕੰਪਨੀਆਂ IT ਸੈਕਟਰ ਵਿੱਚ ਪੂਰੇ ਵਰਲਡ ਦੀਆਂ ਲੀਡਰ ਬਣ ਚੁੱਕੀਆਂ ਨੇ ਤੇ ਹਰ ਦਿਨ ਇਹਨਾਂ ਦੇ ਕੰਪੀਟੀਟਰ ਨੂੰ ਹੁਣ ਮੁਸ਼ਕਲ ਆਉਂਦੀ ਰਹੇਗੀ ਕਿਉਂਕਿ ਇਹ ਹਰ ਦਿਨ ਹੋਰ ਸਟਰੋਂਗ ਹੁੰਦੀਆਂ ਰਹਿਣਗੀਆਂ। ਸੋ ਤੁਹਾਨੂੰ US ਦੀ ਹਰ IT ਕੰਪਨੀ ਦੀ ਮੈਨੇਜਮੈਂਟ ਇਸ ਤਰ੍ਹਾਂ ਦੀ ਦੇਖਣ ਨੂੰ ਮਿਲੇਗੀ ਜਿਹਦਾ ਪੂਰਾ ਸਟਾਫ ਆਉਣ ਵਾਲੇ 10 ਸਾਲਾਂ ਵਾਸਤੇ ਸੋਚ ਰਿਹਾ ਹੈ ਕਿ ਅਸੀਂ ਆਉਣ ਵਾਲੇ 10 ਸਾਲਾਂ ਵਿੱਚ ਕਿੱਥੇ ਹੋਵਾਂਗੇ। ਤੇ ਜ਼ਿਆਦਾਤਰ ਲੋਕ ਕੰਪਨੀਆਂ ਵਿੱਚ ਇਹੀ ਦੇਖ ਕੇ ਪੈਸਾ ਲਾਉਂਦੇ ਨੇ ਕਿ ਇਹ ਕੰਪਨੀ ਆਉਣ ਵਾਲੇ ਸਾਲਾਂ ਵਿੱਚ ਕਿੱਥੇ ਹੋਵੇਗੀ ਤੇ ਉਹ ਮੈਨੇਜਮੈਂਟ ਦਿਖਣ ਲਾ ਦਿੰਦੀ ਹੈ ਕਿ ਅਸੀਂ ਆਉਣ ਵਾਲੇ 10 ਸਾਲਾਂ ਤੱਕ ਕੀ ਅਚੀਵ ਕਰਾਂਗੇ। ਸੋ ਤੁਹਾਨੂੰ ਦੱਸ ਦਈਏ ਜੇਕਰ US ਮਾਰਕੀਟ ਵਿੱਚ ਕੋਈ US ਦਾ ਬੰਦਾ ਲੌਂਗ ਟਰਮ ਲਈ ਇਨਵੈਸਟ ਕਰਦਾ ਤਾਂ ਉਸ ਦੇ ਰਿਟਰਨ ਆਉਣਗੇ 9% ਤੱਕ। ਪਰ ਜੇਕਰ ਕੋਈ ਇੰਡੀਆ ਤੋਂ US ਮਾਰਕੀਟ ਵਿੱਚ ਇਨਵੈਸਟ ਕਰਦਾ ਤਾਂ ਉਸ ਦੇ ਰਿਟਰਨ ਆਉਣਗੇ 15% ਤੱਕ। ਸੋ ਇਹ 6% ਦਾ ਵੱਧ ਰਿਟਰਨ ਕਿਵੇਂ ਆ ਰਿਹਾ ਹੈ ਇਸ ਬਾਰੇ ਵੀ ਗੱਲ ਕਰਾਂਗੇ। 2011 ਵਿੱਚ $1 ਦਾ ਪ੍ਰਾਈਸ ਸੀ 44 ਰੁਪਏ, ਪਰ 2022 ਦੇ ਵਿੱਚ 77 ਰੁਪਏ ਦੇ ਨੇੜੇ ਤੇੜੇ ਡਾਲਰ ਚੱਲ ਰਿਹਾ ਹੈ। ਸੋ ਇਸ ਦਾ ਮਤਲਬ ਇਹ ਹੈ ਕਿ ਜੇਕਰ ਅਸੀਂ US ਸਟਾਕ ਮਾਰਕੀਟ ਵਿੱਚ ਇਨਵੈਸਟ ਕਰਦੇ ਹਾਂ ਤਾਂ ਸਾਨੂੰ ਸਟਾਕ ਐਪਰੀਸ਼ੀਏਸ਼ਨ ਦੇ ਨਾਲ ਰੁਪਏ ਦੀ ਡੈਪਰੀਸ਼ੀਏਸ਼ਨ ਦਾ ਵੀ ਫਾਇਦਾ ਮਿਲੇਗਾ। ਸੋ ਤੁਹਾਡੇ ਵਿੱਚੋਂ ਬਹੁਤ ਸਾਰੇ ਸਨੈਪਚੈਟ ਡੇਲੀ ਚਲਾਉਂਦੇ ਹੋਣਗੇ, ਪਰ ਕੀ ਕਦੇ ਤੁਸੀਂ ਸੋਚਿਆ ਕਿ ਜੇਕਰ ਇੰਨੀ ਇਹ ਮਸ਼ਹੂਰ ਆ ਤਾਂ ਅਸੀਂ ਕਿਉਂ ਨਾ ਇਸ ਦੇ ਸ਼ੇਅਰ ਖਰੀਦ ਲਈਏ? ਸੋ ਅੱਜ ਸਨੈਪਚੈਟ ਦੇ ਸ਼ੇਅਰ ਦਾ ਰੇਟ $12 ਦੇ ਨੇੜੇ ਤੇੜੇ ਹੈ। ਆਉਣ ਵਾਲੇ ਸਮੇਂ ਵਿੱਚ ਕੀ ਪਤਾ ਇਹ ਹੋਰ ਵੀ ਵੱਧ ਜਾਵੇ। ਇਸੇ ਤਰ੍ਹਾਂ ਤੁਸੀਂ ਟਵਿੱਟਰ ਦਾ ਸ਼ੇਅਰ ਵੀ ਖਰੀਦ ਸਕਦੇ ਹੋ ਜੋ ਕਿ $37 ਦੇ ਨੇੜੇ ਤੇੜੇ ਚੱਲ ਰਿਹਾ ਹੈ। ਪਰ ਅਲੋਨ ਮਸਕ ਨੇ ਜੇਕਰ ਖਰੀਦਿਆ ਤਾਂ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਟੈਸਲਾ ਵਾਂਗ ਇਸ ਦੇ ਸ਼ੇਅਰ ਵੀ ਵਧਣਗੇ? ਕਿਉਂਕਿ ਅਲੋਨ ਮਸਕ ਦੇ ਆਉਣ ਤੋਂ ਬਾਅਦ ਟੈਸਲਾ ਦੇ ਸ਼ੇਅਰ ਨੇ ਜੋ ਰਫ਼ਤਾਰ ਫੜੀ ਸੀ ਉਸ ਨੂੰ ਕੋਈ ਵੀ ਨਹੀਂ ਭੁੱਲ ਸਕਦਾ। ਸੋ ਕੁੱਲ ਮਿਲਾ ਕੇ ਕਹਿਣ ਦਾ ਮਤਲਬ ਇਹ ਹੈ ਕਿ ਜਿਵੇਂ ਸਾਡੇ ਬਜ਼ੁਰਗ ਕਹਿੰਦੇ ਸੀ ਕਿ ਯਾਰ ਉਸ ਸਮੇਂ ਮੈਨੂੰ ਇਹ ਪ੍ਰਾਪਰਟੀ ਬਹੁਤ ਸਸਤੀ ਮਿਲਦੀ ਸੀ, ਜੇ ਖਰੀਦੀ ਹੁੰਦੀ ਤਾਂ ਅੱਜ ਇਹ ਕਈ ਕਰੋੜਾਂ ਦੀ ਹੋ ਜਾਣੀ ਸੀ। ਕਹਿਣ ਦਾ ਮਤਲਬ ਕਿ ਸਾਨੂੰ 10 ਸਾਲ ਬਾਅਦ ਅੱਜ ਦੇ ਸ਼ੇਅਰ ਪ੍ਰਾਈਸ ਦੇਖ ਕੇ ਪਛਤਾਉਣਾ ਨਾ ਪਵੇ ਕਿ ਜੇਕਰ ਉਦੋਂ ਦੇ ਅਸੀਂ ਇਹ ਸ਼ੇਅਰ ਖਰੀਦਦੇ ਹੁੰਦੇ ਤਾਂ ਅੱਜ ਗੱਲ ਹੋਰ ਹੋਣੀ ਸੀ। ਸੋ ਸਾਡੇ ਹਿਸਾਬ ਨਾਲ ਹਮੇਸ਼ਾ ਮਾਰਕੀਟ ਵਿੱਚ ਥੋੜਾ ਪੈਸਾ ਕਰਕੇ ਲਾਉਣਾ ਚਾਹੀਦਾ ਹੈ, ਕਦੇ ਵੀ ਇਕੱਠਾ ਪੈਸਾ ਨਹੀਂ ਲਾਉਣਾ ਚਾਹੀਦਾ ਕਿਉਂਕਿ ਮਾਰਕੀਟ ਦੇ ਦੋ ਰਸਤੇ ਹੁੰਦੇ ਨੇ ਤੇ ਉਹ ਕਿਸੇ ਤੇ ਵੀ ਜਾ ਸਕਦੀ ਹੈ। ਸੋ ਇਹ ਥੋੜਾ ਕਿੰਨਾ ਹੋ ਸਕਦਾ ਹੈ? ਜੇ ਕੋਈ 10,000 ਰੁਪਇਆ ਮਹੀਨੇ ਦਾ ਕਮਾਉਂਦਾ ਹੈ ਤਾਂ ਉਹ 500 ਜਾਂ 1000 ਲਾ ਸਕਦਾ ਹੈ ਮਹੀਨੇ ਦਾ, ਇਸ ਤੋਂ ਜ਼ਿਆਦਾ ਨਹੀਂ। ਤੇ ਇਹ 500 ਤੇ 1000 ਵੀ ਕਿਸੇ ਲਈ ਜ਼ਿਆਦਾ ਹੋ ਸਕਦਾ ਹੈ, ਪਰ ਅਸੀਂ 500 ਤੇ 1000 10,000 ਰੁਪਇਆ ਕਮਾਉਣ ਵਾਲੇ ਬੰਦੇ ਨੂੰ ਆਮ ਖਾਂਦਾ ਦੇਖ ਲੈਂਦੇ ਹਾਂ ਇੱਕ ਦਿਨ ਵਿੱਚ। ਪਰ ਇਹ 500 ਤੋਂ 1000 ਜੇਕਰ ਇਨਵੈਸਟ ਕੀਤਾ ਹੋਵੇਗਾ ਤਾਂ ਕੁਝ ਸਾਲਾਂ ਬਾਅਦ ਇੱਕ ਇੰਨਾ ਵੱਡਾ ਅੰਪਾਇਰ ਬਣ ਜਾਵੇਗਾ, ਇਹ ਉਸ ਨੂੰ ਵੀ ਨਹੀਂ ਪਤਾ। ਸੋ ਲਾਸਟ ਵਿੱਚ ਤੁਹਾਨੂੰ ਦੱਸ ਦਈਏ ਜਿਵੇਂ ਕਿ ਨਰਿੰਦਰ ਸਿੰਘ ਕਪੂਰ ਜੀ ਨੇ ਕਿਹਾ ਸੀ ਕਿ ਸਮਾਜ ਦੇ ਵਿੱਚ ਜੀਵਨ ਤਾਂ ਚੱਲਦਾ ਸੂਰਜ ਦੇ ਨਾਲ ਹੈ, ਪਰ ਇਸ ਨੂੰ ਘੁਮਾਉਂਦਾ ਪੈਸਾ ਏ। ਤੇ ਪੈਸਾ ਮਨੁੱਖ ਦੀ ਤੀਜੀ ਅੱਖ ਹੈ। ਜੇ ਇਹ ਤੀਜੀ ਅੱਖ ਨਾ ਖੁੱਲੀ ਹੋਵੇ ਤਾਂ ਬਾਕੀ ਦੋ ਖੁੱਲੀਆਂ ਹੋਣ ਦੇ ਬਾਵਜੂਦ ਵੀ ਕੁਝ ਨਹੀਂ ਦਿਖਾਈ ਜਾਂਦਾ। ਤੇ ਜਿਵੇਂ ਕਿ ਅਸੀਂ ਪਹਿਲਾਂ ਵੀ ਦੱਸਿਆ ਸੀ ਕਿ ਪੈਸਾ, ਧਨ ਤੇ ਦੌਲਤ ਇਹ ਤਿੰਨ ਚੀਜ਼ਾਂ ਨੇ। ਸੋ ਪੈਸਾ ਉਹ ਹੁੰਦਾ ਹੈ ਜੋ ਅਸੀਂ ਕੰਮ ਕਰਦੇ ਹਾਂ ਤੇ ਉਸ ਦੇ ਬਦਲੇ ਸਾਨੂੰ ਮਿਲਦਾ ਹੈ, ਜਿਸ ਨੂੰ ਆਪਾਂ ਤਨਖਾਹ ਕਹਿ ਦਿੰਦੇ ਹਾਂ। ਤੇ ਧਨ ਉਹ ਹੁੰਦਾ ਹੈ ਜੋ ਸਾਡੀ ਬਚਤ ਹੁੰਦੀ ਹੈ, ਮਤਲਬ ਇਕੱਠਾ ਹੋਇਆ ਪੈਸਾ। ਤੇ ਦੌਲਤ ਉਹ ਹੁੰਦੀ ਹੈ ਜਿੱਥੇ ਅਸੀਂ ਆਪਣੇ ਪੈਸੇ ਨਾਲ ਪੈਸਾ ਬਣਾਉਂਦੇ ਹਾਂ, ਮਤਲਬ ਅਸੀਂ ਕੋਈ ਕਾਰਖਾਨਾ ਜਾਂ ਫੈਕਟਰੀ ਖੋਲਦੇ ਹਾਂ ਤੇ ਲੋਕਾਂ ਨੂੰ ਰੋਜ਼ਗਾਰ ਵੀ ਮਿਲਦਾ ਹੈ ਤੇ ਉਹ ਵੀ ਪੈਸੇ ਕਮਾ ਰਹੇ ਹੁੰਦੇ ਆ। ਕਹਿਣ ਦਾ ਮਤਲਬ ਕਿ ਜੋ ਸਾਡਾ ਕਾਰਖਾਨਾ ਹੋਵੇਗਾ ਜਾਂ ਫੈਕਟਰੀ ਹੋਵੇਗੀ ਉਹ ਸਾਡੀ ਦੌਲਤ ਹੋਵੇਗੀ। ਸੋ ਆਸ ਕਰਦੇ ਹਾਂ ਤੁਸੀਂ ਬਹੁਤ ਚੰਗੀ ਤਰ੍ਹਾਂ ਇਸ ਚੀਜ਼ ਨੂੰ ਸਮਝ ਚੁੱਕੇ ਹੋਵੋਗੇ। ਸੋ ਇਹ ਪੈਸੇ ਬਾਰੇ ਅਸੀਂ ਪਹਿਲਾਂ ਵੀ ਇੱਕ ਵੀਡੀਓ ਵਿੱਚ ਦੱਸਿਆ, ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਉਹ ਜ਼ਰੂਰ ਦੇਖ ਲਿਓ। ਲਾਸਟ ਵਿੱਚ ਐਂਡ ਸਕਰੀਨ ਤੇ ਮਿਲ ਜਾਵੇਗੀ, ਪੂਰਾ ਮੋਟੀਵੇਸ਼ਨ ਦਾ ਡੋਜ਼ ਮਿਲੇਗਾ। ਤੇ ਮੋਟੀਵੇਸ਼ਨਲ ਇੰਟਰਵਿਊਜ਼ ਸੁਣਨ ਲਈ ਲਾਈਵ ਟਾਕਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਉੱਥੇ ਬਹੁਤ ਹੀ ਕਮਾਲ ਦੀ ਮੋਟੀਵੇਸ਼ਨਲ ਵੀਡੀਓਜ਼ ਆ ਰਹੀਆਂ ਨੇ। ਸੋ ਜੇਕਰ ਤੁਸੀਂ ਇਹ ਵੀਡੀਓ ਇੱਥੇ ਤੱਕ ਦੇਖ ਰਹੇ ਹੋ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਇੱਕ ਦਿਨ ਬਹੁਤ ਜ਼ਿਆਦਾ ਕਾਮਯਾਬ ਹੋਣ ਵਾਲੇ ਹੋ, ਕਿਉਂਕਿ ਇਦਾਂ ਦੀਆਂ ਵੀਡੀਓਜ਼ ਉਹੀ ਬੰਦੇ ਦੇਖਦੇ ਨੇ ਜੋ ਆਪਣੀ ਜ਼ਿੰਦਗੀ ਦੇ ਹਾਲਾਤ ਬਦਲਣਾ ਚਾਹੁੰਦੇ ਨੇ ਜਾਂ ਫਿਰ ਕੁਝ ਵੱਡਾ ਕਰਕੇ ਦਿਖਾਉਣਾ ਚਾਹੁੰਦੇ ਨੇ ਜਾਂ ਵੱਡਾ ਕਰਨਾ ਚਾਹੁੰਦੇ ਨੇ। ਨਹੀਂ ਤਾਂ ਜ਼ਿਆਦਾਤਰ ਲੋਕ ਐਂਟਰਟੇਨਮੈਂਟ ਤੇ ਇੰਟਰਸਟਿੰਗ ਵੀਡੀਓਜ਼ ਹੀ ਦੇਖਦੇ ਨੇ।
ਬਜਾਏ ਇਨਫੋਰਮੇਸ਼ਨ ਦੇ। ਸੋ ਇਹ ਇਨਫੋਰਮੇਸ਼ਨ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਦੀ ਨਾਲ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਇਹ ਇਨਫੋਰਮੇਸ਼ਨ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚ ਸਕੇ ਤੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਜਰੂਰ ਕਰਿਓ, ਉੱਥੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਮਿਲਦਾ ਹੈ। ਸੋ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਦਾ ਬਟਨ ਜਰੂਰ ਦਬ ਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ।